दावे ਤਾਂ ਰਾਜਨੀਤਿਕ ਤੌਰ ਤੇ ਕੀਤੇ ਜਾਂਦੇ ਆ, ਠੀਕ ਹੈ, ਕਰਨੇ ਚਾਹੀਦੇ ਵੀ ਹੈ, ਪਰ ਗੱਲ ਤਾਂ ਇਹ ਹੈ ਕਿ ਕੀ ਉਹ ਦਾਅਵੇ ਕਰਨੇ ਜਿਹੜੇ ਆ ਉਹ ਸੰਵਿਧਾਨ ਦੇ ਪੱਖ ਨਾਲੋਂ ਜਾਂ ਕਾਨੂੰਨੀ ਪੱਖ 'ਚ ਪੂਰੇ ਉਤਰਦੇ ਆ ਜਾਂ ਨਹੀਂ ਉਤਰਦੇ। ਕੁਝ ਦਾਅਵੇ ਐਸੇ ਕਰ ਲਏ ਜਾਂਦੇ ਆ ਕਿ ਜਿਨ੍ਹਾਂ ਦੇ ਬਾਰੇ 'ਚ ਇਹਨਾਂ ਲੋਕਾਂ ਕੋਲ ਸ਼ਕਤੀਆਂ ਜਾਂ ਪਾਵਰਾਂ ਹੁੰਦੀਆਂ ਹੀ ਨਹੀਂ, पर लोगों को गुमराह करके दावे करके ये अपनियां सीटां अपनियां इलैक्शन जितते हैं और बाद च दावे पूरे नहीं होंदे और उहदा खामियाजा फिर इन्हां नूं गवर्नर साहब को फाइलां जांदियां, पर कुछ पावरां जिहड़ियां दित्तियां तुहानूं मैं दस्सिया स्टैंडिंग ऑर्डर दे राहीं, वो स्टैंडिंग ऑर्डर दे राहीं जिहड़ियां पावरां इन्हां नूं दित्तियां ना वो पावरां अनकॉन्स्टिट्यूशनल। सत श्री अकाल दोस्तों, मैं जसविंदर पाल चैन शान पंजाबी तुहाडा स्वागत है। ते मीडिया का काम होंदा लोगों को सचेत करना ते जागरूक करना जी। चैनल शान पंजाबी हमेशा अपनी इस अधिकार ते इस ड्यूटी नूं हमेशा ईमानदारी नाल निभाउंदा है। इस बार विषय ये है कि तुसीं भी हैरान होंगे कि ये गल की कर रहे हैं, पर गल ये गल कर रहे हैं कि मैं कि कई मुद्दे ये जे ने सियासी दावे बहुत हुंदे ने ते दावे किते भी जांदे ने, परंतु असलीयत की है कि सियासी ਜਿਹੜੇ दल ने वो वादे करते हैं ਉਹਦਾ कोई आधार है, कोई उन्होंने संविधानिक तौर पे कोई दर्जा है जो इस्तेमाल कर सकते हैं, पावर है। ये बहुत बड़ा सवाल है। इस सवाल नूं लैके साडे नाल जुड़े ने सर्विस मैटर के एक्सपर्ट कमलजीत पुट्टा जी। पुट्टा साहब तुहाडा स्वागत है जी। शुक्रिया जी, बहुत बहुत शुक्रिया साहब। पुट्टा साहब पहला सवाल ये है कि भगवंत मान की सरकार आ गई, पहला भी बादल साहब सी, चन्नी साहब सी, कैप्टन अमरिंदर सिंह जी सी, उन्होंने दावे किए ते हुण जिहड़े दावे किए गए ने, चाहे वो MLA की पेंशन नूं लैके सी, बिजली दे मैटर नूं लैके सी, की समझदे हो? देखो जी सुंदर सिंह जी, दावे ਤਾਂ ਰਾਜਨੀਤਿਕ तौर ਤੇ ਕੀਤੇ ਜਾਂਦੇ ਆ, ठीक है, करने चाहिए भी है, पर गल तो यह है कि की वो दावे करने जोड़े आ वो संविधान के पक्ष नालों या कानूनी पक्ष च पूरे उतरते हैं या नहीं उतरते। कुछ दावे ऐसे कर ले जाते हैं कि जिन्हां दे बारे च इन्हां लोकां कोल शक्तियां या पावरां हुंदियां ही नहीं, पर लोगों को गुमराह करके दावे करके ये अपनियां सीटां अपनियां इलैक्शन जितते हैं और बाद च दावे पूरे नहीं होंदे और ਉਹਦਾ ਖਾमियाजा फिर ਇਹਨਾਂ ਨੂੰ ਭੁਗਤਣਾ ਪੈਂਦਾ। मैं जनता ਨੂੰ ਹੀ ਭੁਗਤਣਾ ਪੈਂਦਾ, जनता ਨੂੰ ਹੀ ਭੁਗਤਣਾ ਪੈਂਦਾ। और ਅੱਜ ਦੇਖ ਲਓ ਆਜ਼ਾਦੀ ਤੋਂ ਬਾਅਦ 75-74 ਸਾਲ 'ਚ ਹਾਲੇ ਵਾਅਦੇ ਹੀ ਚੱਲ ਰਹੇ ਜੀ ਜੀ। ਸਾਡੇ ਪੰਜਾਬ ਦੀਆਂ ਲੈ ਲਓ ਜਾਂ ਤੁਸੀਂ ਸਾਰੇ ਇੰਡੀਆ ਦੀਆਂ ਸਟੇਟਸ ਲੈ ਲਓ, ਉਹ ਕਰਜ਼ੇ 'ਚ ਇਸੇ ਕਾਰਨ ਹੀ ਆਈਆਂ, ਇਸੇ ਕਾਰਨ ਹੀ ਆਈਆਂ ਕਿ ਜਿਹੜੇ ਵਾਅਦੇ ਪਬਲਿਕ ਨਾਲ ਕੀਤੇ ਉਹਨਾਂ ਨੂੰ ਕਰਨ ਦੀ ਇਹਨਾਂ ਦੀ ਕਪੈਸਿਟੀ ਨਹੀਂ ਸੀ, ਪਰ ਉਹ ਉਸ ਦੇ ਕਾਰਨ ਹੀ ਸਾਰਾ ਕੁਝ ਸਾਰਾ ਇਸ ਵੇਲੇ ਪੰਜਾਬ ਦੀਆਂ ਸਟੇਟਾਂ ਜਿਹੜੀਆਂ ਪੰਜਾਬ ਦੀ ਸਟੇਟ ਜਿਹੜੀ ਸਾਡੀ ਕਰਜ਼ੇ 'ਚ ਆਈ। ਪੁੱਟਾ ਸਾਹਿਬ ਤੁਸੀਂ ਬਹੁਤ ਵੱਡਾ ਸਵਾਲ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਕਿ ਕਰ ਹੀ ਨਹੀਂ ਸਕਦੇ, ਪਰ ਲੋਕਾਂ ਨੂੰ ਤਾਂ ਇਹ ਲੱਗਦਾ ਇਹ ਕਰਦੇ ਨੇ ਤੇ ਇਹ ਵੀ ਵੱਡੇ ਵੱਡੇ ਵਿਧਾਨ ਸਭਾ 'ਚ ਵੀ ਦਾਅਵੇ ਕਰਦੇ ਨੇ, ਤੇ ਇਹਦਾ ਕੀ ਕਾਰਨ ਹੈ? ਤੁਸੀਂ ਐਡੀ ਵੱਡੀ ਗੱਲ ਕਹੀ ਹੈ ਤੇ ਕਿਸ ਤੁਹਾਨੂੰ ਕੀ ਲੱਗਦਾ ਕਿਉਂ ਇਹ ਗੁੰਮਰਾਹ ਕਿਵੇਂ ਕਰ ਰਹੇ ਨੇ? ਦੇਖੋ ਜੀ ਸੁੰਦਰ ਸਿੰਘ ਜੀ, ਸਾਡੇ ਸਰਕਾਰ ਦੇ 3 ਅੰਗ ਹੁੰਦੇ ਆ, ਲੈਜਿਸਲੇਚਰ, ਜੁਡੀਸ਼ਰੀ ਤੇ ਐਗਜ਼ੈਕਟਿਵ ਜੀ। ਇਹ ਕਨਸਟੀਟਿਊਸ਼ਨਲੀ ਫਰੇਮਡ ਹੈ ਜੀ। ਜਿਹੜੀ ਪਾਵਰ ਕਾਨੂੰਨ ਬਣਾਉਣ ਦੀ ਆ ਉਹ ਸਾਡੀ ਲੈਜਿਸਲੇਚਰ ਕੋਲ ਹੈ, ਮੈਂਬਰਸ ਆਫ ਲੈਜਿਸਲੇਟਿਵ ਅਸੈਂਬਲੀ, ਇਹਨਾਂ ਕੋਲ ਸਿਰਫ ਕਾਨੂੰਨ ਬਣਾਉਣ ਦੀ ਪਾਵਰ ਹੈ ਜੀ। ਲਾਗੂ ਕਰਨ ਦੀ ਪਾਵਰ ਜਿਹੜੀ ਆ ਉਹ ਐਗਜ਼ੈਕਟਿਵ ਕੋਲ ਹੈ ਜੀ। ਜਿਸ ਵੇਲੇ ਕਾਨੂੰਨ ਬਣ ਜਾਂਦਾ ਉਸ ਕਾਨੂੰਨ ਦੇ ਅਧੀਨ ਹੀ ਇਹ ਆ ਜਾਂਦੇ ਆ ਜੀ ਜੀ। ਉਸੇ ਕਾਨੂੰਨ ਦੇ ਅਧੀਨ ਇਹ ਖੁਦ ਮੈਂਬਰਸ ਵੀ ਆ ਜਾਂਦੇ ਆ ਜੀ। ਇਸ ਕਰਕੇ ਜਿਹੜੀ ਅਸਲੀ ਪਾਵਰ ਜਿਹੜੀ ਆ ਉਹ ਐਗਜ਼ੈਕਟਿਵ ਕੋਲ ਆ, ਔਰ ਐਗਜ਼ੈਕਟਿਵ ਦਾ ਹੈਡ ਉਹ ਕਨਸਟੀਟਿਊਸ਼ਨ ਦੇ ਵਿੱਚ ਆਰਟੀਕਲ 154 ਦੇ ਵਿੱਚ ਗਵਰਨਰ ਸਾਹਿਬ ਕੋਲ ਹੈ। ਫਿਰ ਇਹ ਜਿਹੜੇ ਦਾਅਵੇ ਹੁੰਦੇ ਨੇ ਇਹ ਮਤਲਬ ਇੱਧਰ ਉੱਧਰ ਹੀ ਹੁੰਦੇ ਨੇ? हाँ दावे देखो जी, पावर असली तो गवर्नर साहब को,
ਜੀ ਦੇ ਆਰ ਦਾ ਮੈਂਬਰਸ। ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਜੀ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਦਾ। ਆਪਣੇ ਬੱਚੇ ਸਕੂਲਾਂ ਦੇ ਵਿੱਚ ਪੜ੍ਹਦੇ ਨੇ, ਪੇਰੈਂਟਸ ਟੀਚਰਸ ਜਿਹੜੇ ਨੇ ਉਹਨਾਂ ਦੀ ਇੱਕ ਐਸੋਸੀਏਸ਼ਨ ਹੁੰਦੀ ਆ ਜਿਹਨੂੰ ਆਪਾਂ ਕਹਿੰਦੇ ਪੇਰੈਂਟਸ ਟੀਚਰਸ ਐਸੋਸੀਏਸ਼ਨ। ਅਸੀਂ PTM 'ਚ ਪੇਰੈਂਟਸ ਟੀਚਰਸ ਮੀਟਿੰਗ 'ਚ ਜਾਂਦੇ ਆ। ਜੀ ਮੀਟਿੰਗਸ 'ਚ ਜਾਂਦੇ ਆ, ਸਾਡਾ ਉੱਥੇ ਰੁਤਬਾ ਕੀ ਹੈ ਐਜ਼ ਏ ਮੈਂਬਰ। ਜੀ ਮੈਨੇਜਮੈਂਟ ਤਾਂ ਸਕੂਲ ਦੀ ਪ੍ਰਿੰਸੀਪਲ ਕੋਲ ਜਾਂ ਉਹਦੀ ਬੋਡੀ ਕੋਲ ਹੈ ਨਾ। ਜੀ ਅਸੀਂ ਉਹਦੇ ਹੱਕਦਾਰ ਨਹੀਂ ਬਣ ਜਾਂਦੇ। ਅਸੀਂ ਮੈਂਬਰ ਹੋਣ ਦੇ ਨਾਤੇ ਜੇ ਅਸੀਂ ਲੈਜਿਸਲੇਟਿਵ ਅਸੈਂਬਲੀ ਦੇ ਮੈਂਬਰ ਹਾਂ, ਅਸੀਂ ਡਜ਼ਨਟ ਮੀਨ ਕਿ ਵੀ ਅਸੀਂ ਉਹਦੇ ਐਗਜ਼ੈਕਟਿਵ ਦੇ ਵੀ ਚਲਾਵਾਂਗੇ। ਬਹੁਤ ਵੱਡੀ ਗੱਲ ਹੈ ਕਿ ਲੈਜਿਸਲੇਚਰ ਐਗਜ਼ੈਕਟਿਵ ਤੇ ਹਾਵੀ ਹੋ ਚੁੱਕੀ ਹੈ। ਇਹ ਕਿਸ ਤਰ੍ਹਾਂ ਹੋਇਆ ਜੀ? ਇਹਦਾ ਥੋੜਾ ਜਿਹਾ ਵਿਖਿਆਨ ਇਹ ਕਰੋਗੇ? ਥਰੂ ਪ੍ਰੋਸੈਸ ਸਭ ਕੁਝ ਹੋ ਰਿਹਾ ਜੀ। ਬੇਸਿਕਲੀ ਇਹਦੇ ਬਾਰੇ ਹੁਣ ਕੁਝ ਨਹੀਂ ਕਹਿ ਸਕਦੇ। ਪ੍ਰੋਬਲਮਸ ਜਿੰਨੀ ਵੀ ਇਸ ਵੇਲੇ ਰਾਈਜ਼ ਹੋ ਰਹੀ ਆ, ਉਹ ਲੈਜਿਸਲੇਚਰ ਜਿਹੜੀ ਆ ਉਹ ਐਗਜ਼ੈਕਟਿਵ ਤੇ ਹਾਵੀ ਹੋ ਚੁੱਕੀ। ਈਵਨ ਤੁਸੀਂ ਦੇਖੋਗੇ, ਆਮ ਦੇਖਦੇ ਹਾਂ ਆਪਾਂ, ਕੋਈ DC ਤੇ ਅਟੈਕ ਕਰ ਰਿਹਾ, ਕੋਈ SSP ਤੇ ਕਰ ਰਿਹਾ, ਤੂੰ ਗਵਰਨਮੈਂਟ ਨਹੀਂ ਆ, ਤੂੰ ਇਹ ਨਹੀਂ। ਉਹ ਕਹਿੰਦਾ ਮੈਂ ਗਵਰਨਮੈਂਟ, ਉਹ ਕਹਿੰਦਾ ਤੂੰ ਗਵਰਨਮੈਂਟ। ਇਹਨਾਂ ਹੀ ਨਹੀਂ ਪਤਾ ਲੋਕਾਂ ਨੂੰ ਕਿ ਗਵਰਨਮੈਂਟ ਹੈ ਕੌਣ। ਜੀ ਸਭ ਤੋਂ ਵੱਡਾ ਸਵਾਲ ਹੀ ਇਹ ਹੈ। ਇੰਨਾ ਹੀ ਨਹੀਂ ਪਤਾ ਕਿ ਗਵਰਨਮੈਂਟ ਹੈ ਕੌਣ। ਬੇਸਿਕਲੀ ਜਿਹੜੀ ਗਵਰਨਮੈਂਟ ਆ ਗਵਰਨਰ ਸਾਹਿਬ ਹੁੰਦੇ, ਹਰ ਸਟੇਟਾਂ ਦੇ ਗਵਰਨਰ ਇਜ਼ ਦਾ ਗਵਰਨਮੈਂਟ। ਸਰ ਇੱਕ ਚੀਜ਼ ਹੈ ਕਿ ਫਿਰ ਇਹ ਜਿਹੜੇ ਮੁੱਖ ਮੰਤਰੀ ਹੋਏ, ਹਾਂਜੀ, ਇਹਨਾਂ ਦਾ ਕੀ ਮਤਲਬ, ਜਿਵੇਂ ਇਹ ਤਾਂ ਆਪਣੇ ਨੂੰ ਪਾਵਰ ਹੀ ਬਹੁਤ ਵੱਡੀ ਮੰਨਦੇ ਨੇ। ਜਿਵੇਂ ਕਿ ਦਿੱਲੀ ਵਿੱਚ ਅਸੀਂ ਦੇਖਿਆ ਕਨਸਟੀਟਿਊਸ਼ਨ ਕੇਜਰੀਵਾਲ ਵਰਸਸ LG ਦੀ ਪੜ੍ਹਾਈ ਹੋਈ, ਉਹ ਵੀ ਬਹੁਤ ਵੱਡੀ। ਕੇਜਰੀਵਾਲ ਵਰਸਸ LG। ਹਾਂਜੀ ਹਾਂ, ਉਹ LG ਸਾਹਿਬ ਠੀਕ ਸੀ ਉੱਥੇ। ਅੱਛਾ ਮਤਲਬ ਆਖਰ ਸਰਕਾਰ ਹੈ ਜਿਹੜੀ, ਜਿਹਨੂੰ ਆਪਾਂ ਸਰਕਾਰ ਦਾ ਅਸਲੀ ਡੈਫੀਨੇਸ਼ਨ ਆਪਾਂ ਕਹਿੰਦੇ ਕਿ ਚੁਣੇ ਹੋਏ ਲੋਕਾਂ ਦਾ ਜਿਹੜੇ ਨੁਮਾਇੰਦੇ ਨੇ ਉਹ ਸਰਕਾਰ ਚਲਾਉਂਦੇ ਨੇ। ਦੇਖੋ ਚੁਣੇ ਹਾਂ, ਲੋਕ ਇਹੀ ਸਮਝਦੇ। ਜੀ ਲੋਕਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਸਾਡੇ ਮੈਂਬਰਸ ਆਫ ਲੈਜਿਸਲੇਟਿਵ ਅਸੈਂਬਲੀਜ਼ MLA ਆ, ਇਹਨਾਂ ਦੇ ਕੋਲ ਕੋਈ ਐਗਜ਼ੈਕਟਿਵ ਪਾਵਰ ਨਹੀਂ ਹੁੰਦੀ। ਇਹ ਤਾਂ ਸਾਡੇ ਜਿਹੜੇ ਸਟੇਟ ਲੈਵਲ ਦੇ ਜ਼ਿਲ੍ਹਾ ਅਧਿਕਾਰੀ ਨੇ ਜਾਂ ਦੂਸਰੇ ਲੋਕ ਨੇ, ਸਟੇਟ ਲੈਵਲ ਦੇ ਆਫਿਸਰਸ ਨੇ, ਸਟਾਫ ਹੈ, ਉਹ ਉਹਨਾਂ ਨੂੰ ਇੱਕ ਰਿਸਪੈਕਟ ਦਿੰਦੇ ਆ ਕਿ ਵੀ ਇਹ ਸਾਡੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ। ਪਰ ਉਸ ਰਿਸਪੈਕਟ ਨੂੰ ਇਹ ਸਟ੍ਰੈਚ ਕਰਕੇ ਹਾਵੀ ਹੋ ਜਾਂਦੇ ਆ। ਥਾਣਿਆਂ ਤੇ ਕਬਜ਼ੇ, ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਤੇ ਕਬਜ਼ੇ, ਦੂਸਰੇ ਰੈਵਨਿਊ ਤੇ ਕਬਜ਼ੇ। ਕਿਉਂਕਿ ਜਿਹੜਾ ਬਦਲੀ ਤੰਤਰ ਹੈ ਜੀ, ਜਿਵੇਂ DC ਦੀ ਬਦਲੀ ਹੈ, IPS ਦੀ ਬਦਲੀ ਹੈ, ਉਹ ਤਾਂ ਇਹਨਾਂ ਦੇ ਹੱਥ 'ਚ ਹੈ ਨਾ। ਕਿਹਨਾਂ ਦੇ? ਆਪਣੇ ਮੁੱਖ ਮੰਤਰੀ ਹੋ ਗਏ ਤੇ ਇਹਨਾਂ ਦੇ ਹੱਥ 'ਚ ਹੈ। ਜਿਹੜਾ ਮੁੱਖ ਮੰਤਰੀ ਜਿਹੜੇ ਨੇ ਉਹਨਾਂ ਦੇ ਹੱਥ 'ਚ ਨਹੀਂ ਹੁੰਦੀ। ਇਹੀ ਇੱਥੇ ਹੀ ਗਲਤ ਹੈ। ਬਦਲੀਆਂ ਜਿੰਨੀਆਂ ਵੀ ਹੁੰਦੀਆਂ ਗਵਰਨਰ ਸਾਹਿਬ ਤੋਂ ਹੁੰਦੀਆਂ, ਜਿਹੜੀਆਂ IAS IPS। ਇਹ ਤਾਂ ਸਿਰਫ ਇੱਕ ਪ੍ਰਪੋਜ਼ਲ ਅਥਾਰਟੀ। ਸਾਡੀ ਜਿਹੜੀ ਕੈਬਨਿਟ ਹੈ, ਕੌਂਸਟੀਟਿਊਸ਼ਨ ਤੁਸੀਂ ਪੜ੍ਹ ਕੇ ਦੇਖੋ, ਮੈਂ ਤੁਹਾਨੂੰ ਦੱਸ ਦਿੰਦਾ। ਕੌਂਸਟੀਟਿਊਸ਼ਨ ਦਾ ਆਰਟੀਕਲ 163 ਹੈ ਜੀ, ਉਹਦੇ 'ਚ ਸਾਫ਼ ਲਿਖਿਆ ਹੈ ਕਿ ਈਵਨ ਕੈਬਨਿਟ ਦੇ ਕੋਲ ਵੀ ਕੋਈ ਐਗਜ਼ੈਕਟਿਵ ਪਾਵਰ ਨਹੀਂ ਹੈ, ਕੋਈ ਪਾਵਰ ਨਹੀਂ ਹੈ। ਕੈਬਨਿਟ ਜਿਹੜੀ ਹੈ ਸਿਰਫ ਏਡ ਐਂਡ ਐਡਵਾਈਜ਼ ਦੀ ਗਵਰਨਰ। ਐਕਚੁਅਲ ਵਰਡਿੰਗ ਮੈਂ ਕੌਂਸਟੀਟਿਊਸ਼ਨ ਦੀ ਤੁਹਾਨੂੰ ਪੜ੍ਹ ਕੇ ਦੱਸ ਦਿੰਦਾ। There shall be a council of ministers with the chief minister as the head. Chief minister head होएगा उस council का, to aid and advise the governor. ਤੁਸੀਂ ਕੀ ਇਸ ਤੋਂ ਮੀਨਿੰਗ ਲੈਂਦੇ ਆ? ਪਰ ਸਾਡੇ ਕੀ ਹੋ ਰਿਹਾ ਕਿ ਤੁਸੀਂ ਆਮ ਖਬਰਾਂ 'ਚ ਦੇਖਦੇ ਆ ਕਿ ਕੈਬਨਿਟ ਨੇ ਇਹ ਫੈਸਲਾ ਲੈ ਲਿਆ, ਕੈਬਨਿਟ ਨੇ ਇਹ ਫੈਸਲਾ ਲੈ ਲਿਆ। ਤੁਸੀਂ 36,000 ਟੀਚਰ ਦਾ ਦੇਖ ਲਓ। 36,000 ਟੀਚਰ ਦਾ ਨੋ ਡਾਊਟ ਜੇ ਤੁਸੀਂ ਹਿਊਮੈਨਿਟੇਰੀਅਨ ਗਰਾਊਂਡ ਤੇ ਲਓ ਤੇ ਉਹਨਾਂ ਦਾ ਕਾਜ਼ ਠੀਕ ਹੈ। ਜੇ ਤੁਸੀਂ ਸਰਵਿਸ ਮੈਟਰ 'ਚ ਐਡਮਿਨਿਸਟ੍ਰੇਟਿਵ ਗਰਾਊਂਡ ਤੇ ਲਓ ਤੇ ਤੁਸੀਂ ਉਹਨਾਂ ਦਾ ਕਾਜ਼ 'ਚ ਉਨੀ ਵੈਲਿਡਿਟੀ ਨਹੀਂ ਸੀ। ਚੰਨੀ ਸਾਹਿਬ ਨੇ ਅਪਰੂਵ ਕਰ ਦਿੱਤਾ, ਪਰ ਗਵਰਨਰ ਸਾਹਿਬ ਤੋਂ ਆਬਜੈਕਸ਼ਨ ਲੱਗ ਗਏ ਜੀ। ਅਲਟੀਮੇਟ ਪਾਵਰ ਕਿਹਦੇ ਕੋਲ ਹੋਈ? ਔਰ ਉਹਨਾਂ ਦੇ ਆਬਜੈਕਸ਼ਨ ਬੜੇ ਵੈਲਿਡ ਸੀਗੇ। ਹਾਲਾਂਕਿ ਇੱਕ ਆਬਜੈਕਸ਼ਨ ਉਹਨਾਂ ਦਾ ਹਾਲੇ ਹੋਰ ਘੱਟ ਸੀ ਮੇਰੇ ਮੁਤਾਬਕ। ਉਹ ਕਿਹੜਾ ਸੀ ਜਿਹੜਾ ਖੁੱਲ੍ਹ ਕੇ ਦੱਸ ਦਿਓ। ਠੀਕ ਸੀ, ਮਤਲਬ ਵੈਲਿਡ ਆਬਜੈਕਸ਼ਨ ਸੀਗੇ। ਤੇ ਅਲਟੀਮੇਟਲੀ ਪਾਵਰ ਤਾਂ ਤੁਹਾਨੂੰ ਕਲੀਅਰ ਹੋ ਗਿਆ ਕਿ ਪਾਵਰ ਰੈਸ ਅਲਟੀਮੇਟਲੀ ਵਿਦ ਦਾ ਗਵਰਨਰ। ਸਰ ਪਰ ਸਾਡੇ ਜਿਹੜੇ MLAs ਨੇ, ਮੰਤਰੀ ਨੇ ਜੀ, ਉਹ ਡਿਪਾਰਟਮੈਂਟ ਨਾਲ ਸਿੱਧੀ ਛਾਪੇਮਾਰੀ ਕਰਦੇ। ਹੁਣ ਇਸ ਵਿੱਚ ਅਸੀਂ ਨਹੀਂ ਕੁਝ ਵੀ ਕਹਿ ਸਕਦੇ। ਗਵਰਨਮੈਂਟ ਸ਼ੁੱਡ ਟੇਕ ਕੌਗਨੀਜੈਂਸ ਆਫ ਇਟ। ਉਹਨਾਂ ਨੂੰ ਆਪਣਾ ਇਹਨੂੰ ਧਿਆਨ ਰੱਖਣਾ ਚਾਹੀਦਾ ਕਿ ਉਹਨਾਂ ਦੇ ਸਟਾਫ ਨੂੰ ਕਿਸ ਤਰ੍ਹਾਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਸਟਾਫ ਤਾਂ ਗਵਰਨਰ ਦਾ, ਸੈਕਟਰੀਏਟ ਗਵਰਨਰ ਸਾਹਿਬ ਦਾ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਗਵਰਨਰ ਸਾਹਿਬ ਦਾ, ਇਹ ਤੁਹਾਨੂੰ ਦੇਖਣਾ ਚਾਹੀਦਾ। ਅਕਸਰ ਇੱਕ ਝੰਜਟ ਹੋਰ ਵੀ ਹੈ ਜੀ
ਅਕਸਰ ਦੇਖਿਆ ਜਾਂਦਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਜਾ ਕੇ ਐਮਐਲਏ ਮੰਤਰੀ ਇੱਕ ਪਾਵਰ ਬਣ ਕੇ ਖੜ ਜਾਂਦੇ ਨੇ। ਕਾਰਨ ਇਹਦਾ ਇਹ ਹੈ, ਮੈਂ ਤੁਹਾਨੂੰ ਦੱਸਦਾ ਕਿ ਕਨਸਟੀਟਿਊਸ਼ਨ ਦੇ ਵਿੱਚ ਇਹ ਹੈ ਕਿ ਇਹਨਾਂ ਦੇ ਕੋਲ ਆਪਣੇ 166(2)(3) ਦੇ ਅੰਡਰ, ਕਨਸਟੀਟਿਊਸ਼ਨ ਦੇ ਅੰਡਰ ਰੂਲਸ ਆਫ ਬਿਜ਼ਨਸ ਬਣਾਉਣ ਦੀ ਪਾਵਰ। ਕਨਸਟੀਟਿਊਸ਼ਨ ਦਾ ਆਰਟੀਕਲ ਹੈ 166(2)(3), 166 ਸਬ ਰੂਲ 2 ਸਬ ਰੂਲ 3। ਇਸ ਦੇ ਅੰਡਰ ਇਹਨਾਂ ਦੇ ਕੋਲ ਰੂਲਸ ਆਫ ਬਿਜ਼ਨਸ ਬਣਾਉਣ ਦੀ ਪਾਵਰ ਹੈ। ਹੁਣ ਛੋਟਾ ਪੁਆਇੰਟ ਇਹ ਹੈ ਜਸਵਿੰਦਰ ਜੀ ਕਿ ਰੂਲਸ ਆਫ ਬਿਜ਼ਨਸ ਸ਼ੁੱਡ ਬੀ ਇਨ ਕਨਸੋਨੈਂਸ ਵਿਦ ਦਾ ਕਨਸਟੀਟਿਊਸ਼ਨ। ਕਨਸਟੀਟਿਊਸ਼ਨ ਦੇ ਵਿਰੁੱਧ ਤਾਂ ਕੋਈ ਰੂਲ ਨਹੀਂ ਬਣ ਸਕਦਾ। ਬਿਲਕੁਲ ਜੀ, ਉਸ ਦੇ ਅਧੀਨ ਹੀ ਬਣਨੇ ਆ। ਜੀ ਜੀ। ਜੇਕਰ ਇੱਕ ਗਵਰਨਰ ਦੇ ਕੋਲ ਐਗਜ਼ੈਕਟਿਵ ਪਾਵਰਸ ਆਪਣੀਆਂ ਦੇਣ ਦਾ ਕੋਈ ਵਿਧਾਨ ਹੀ ਨਹੀਂ ਹੈ ਕਿ ਉਹ ਲੈਜਿਸਲੇਚਰ ਮੈਂਬਰ ਨੂੰ ਦੇਵੇ, ਜੀ ਤੇ ਰੂਲਸ ਦੇ ਰਾਹੀਂ ਉਹ ਪਾਵਰਾਂ ਨਹੀਂ ਦਿੱਤੀਆਂ ਜਾ ਸਕਦੀਆਂ। ਦਾ ਪੁਆਇੰਟ ਸਮਝ ਗਏ? ਜੀ ਜੀ। ਰੂਲਸ ਆਫ ਬਿਜ਼ਨਸ ਦੇ ਵਿੱਚ ਇਹ ਪਾਵਰਾਂ ਮੈਂਬਰਸ ਆਫ ਲੈਜਿਸਲੇਚਰ ਅਸੈਂਬਲੀ ਨੂੰ ਦਿੱਤੀਆਂ, ਜਦ ਕਿ ਕਨਸਟੀਟਿਊਸ਼ਨ 'ਚ ਉਸ ਤੋਂ ਸਾਫ਼ ਲਿਖਿਆ ਹੈ ਕਿ ਗਵਰਨਰ ਸਿਰਫ ਉਹੀ ਪਾਵਰਾਂ ਡੈਲੀਗੇਟ ਕਰ ਸਕਦੇ ਆ ਜਿਹੜੀਆਂ ਕਨਸਟੀਟਿਊਸ਼ਨ ਦੇ ਵਿੱਚ ਉਹਨਾਂ ਕੋਲ ਵੈਸਟਡ ਹੈ। ਮੇਰੇ ਕੋਲ ਪਾਵਰ ਹੀ ਕੋਈ ਵੈਸਟਡ ਨਹੀਂ ਹੈ ਤੇ ਮੈਂ ਡੈਲੀਗੇਟ ਕਿੱਥੋਂ ਕਰ ਦਿਆਂਗਾ? ਜੀ ਜੀ। ਪਰ ਇੱਥੇ ਇੱਕ ਸਟੈਂਡਿੰਗ ਆਰਡਰ ਨਿਕਲਦਾ ਹੈ, ਉਸ ਦੇ ਵਿੱਚ ਇਹਨਾਂ ਮਿਨਿਸਟਰਾਂ ਨੂੰ ਪਾਵਰਾਂ ਦੇ ਦਿੰਦੇ ਨੇ, ਜੀ। ਜਦ ਕਿ ਕਨਸਟੀਟਿਊਸ਼ਨ ਨਹੀਂ ਕਹਿੰਦਾ, ਸੈਂਟਰ ਗਵਰਨਮੈਂਟ ਨਹੀਂ ਦਿੰਦਾ। ਸੈਂਟਰ ਗਵਰਨਮੈਂਟ 'ਚ ਰੂਲਸ ਆਫ ਬਿਜ਼ਨਸ ਤੇ ਸਾਡੇ ਪੰਜਾਬ ਗਵਰਨਮੈਂਟ ਦੇ ਰੂਲਸ ਆਫ ਬਿਜ਼ਨਸ ਜ਼ਮੀਨ ਅਸਮਾਨ ਦਾ ਫਰਕ ਹੈ। ਤੁਸੀਂ ਰੂਲਸ ਦੇਖ ਲਓ ਆਪਣੇ ਸੈਂਟਰ ਗਵਰਨਮੈਂਟ ਦੇ, ਉਹ ਬਿਲਕੁਲ ਠੀਕ ਨੇ। ਪਰ ਸਾਡੇ ਰੂਲਸ ਆਫ ਬਿਜ਼ਨਸ ਦੇ ਵਿੱਚ ਜਿਹੜੀਆਂ ਸੈਕਟਰੀ ਦੀਆਂ, ਇੱਕ HOD ਦੀਆਂ, ਹੈੱਡ ਆਫ ਡਿਪਾਰਟਮੈਂਟ ਦੀਆਂ ਪਾਵਰਾਂ ਹੁੰਦੀਆਂ, ਉਹ ਮਿਨਿਸਟਰ ਨੂੰ ਫੜਾ ਦਿੰਦੇ ਆ। ਇੱਕ ਬਹੁਤ ਵੱਡਾ ਮਤਲਬ ਇੱਕ ਸੋ ਗੈਪ ਇਹ ਚੀਜ਼ਾਂ ਸਾਰੀਆਂ ਗੈਪ ਕਹਿ ਸਕਦੇ ਹਾਂ ਕਨਸਟੀਟਿਊਸ਼ਨਲੀ ਇਹ ਚੀਜ਼ਾਂ ਸਾਰੀਆਂ ਨੂੰ ਪ੍ਰਸ਼ਾਸਨਿਕ ਤੌਰ ਤੇ ਦੇਖਣ ਦੀ ਬੜੀ ਜ਼ਰੂਰਤ ਹੈ। ਇੱਕ ਅੱਛਾ ਐਡਮਿਨਿਸਟ੍ਰੇਸ਼ਨ ਜਿਹੜਾ ਹੈ ਉਹ ਚਲਾਉਣ ਦੇ ਲਈ ਕਾਨੂੰਨ ਦਾ ਤਾਂ ਹੋਣਾ ਬਹੁਤ ਜ਼ਰੂਰੀ ਹੈ ਨਾ। ਜੀ ਜੀ। ਔਰ ਉਸ ਕਾਨੂੰਨ ਦੀ ਫਿਰ ਅਬਜ਼ਰਵੈਂਸ ਵੀ ਠੀਕ ਹੋਣੀ ਚਾਹੀਦੀ। ਫਿਰ ਇੱਕ ਸਵਾਲ ਇਹ ਆ ਗਿਆ, ਜਿਹੜੇ ਦਾਅਵੇ ਕਰਦੇ ਨੇ ਮੁੱਖ ਮੰਤਰੀ ਨੇ ਵਿਧਾਨ ਸਭਾ 'ਚੋਂ ਦਾਅਵੇ ਕਰਦਾ ਕਿ ਮੈਂ ਇਹ ਕੰਮ ਕਰ ਰਿਹਾ, ਇਹ ਕੰਮ ਕਰ ਰਿਹਾ, ਜਿਵੇਂ ਭਗਵੰਤ ਮਾਨ ਜੀ ਨੇ 1 MLA 1 ਪੈਨਸ਼ਨ ਦਾ ਫੈਸਲਾ ਲਿਆ, 25,000 ਸਰਕਾਰੀ ਪੋਸਟਾਂ ਕੱਢੀਆਂ, 35,000 ਜਿਹੜੇ ਕਰਮਚਾਰੀ ਕੱਚੇ ਸੀ ਉਹ ਪੱਕੇ ਕਰਨ ਦੀ ਗੱਲ ਕੀਤੀ, ਬਿਜਲੀ ਮੁਫਤ ਦਾ ਦਾਅਵਾ ਕੀਤਾ ਗਿਆ। ਤੇ ਇਹ ਮਤਲਬ ਜਿਹੜਾ ਇੱਕ ਗੋਲਮਾਲ ਹੋ ਰਿਹਾ, ਕਾਫੀ ਹੋ ਰਿਹਾ ਜੋ ਕੁਝ ਵੀ ਹੈ ਗਵਰਨਰ ਸਾਹਿਬ ਕੋਲ ਫਾਈਲਾਂ ਜਾਂਦੀਆਂ, ਪਰ ਕੁਝ ਪਾਵਰਾਂ ਜਿਹੜੀਆਂ ਦਿੱਤੀਆਂ ਤੁਹਾਨੂੰ ਮੈਂ ਦੱਸਿਆ ਸਟੈਂਡਿੰਗ ਆਰਡਰ ਦੇ ਰਾਹੀਂ, ਉਹ ਸਟੈਂਡਿੰਗ ਆਰਡਰ ਦੇ ਰਾਹੀਂ ਜਿਹੜੀਆਂ ਪਾਵਰਾਂ ਇਹਨਾਂ ਨੂੰ ਦਿੱਤੀਆਂ ਨਾ, ਉਹ ਪਾਵਰਾਂ ਅਨਕਨਸਟੀਟਿਊਸ਼ਨਲ ਜੀ, ਉਹ ਰਿਵਿਊ ਹੋਣ ਵਾਲੀਆਂ। ਠੀਕ ਜੀ, ਧੰਨਵਾਦ ਭੁੱਟਾ ਸਾਹਿਬ, ਬਹੁਤ ਵੱਡਾ ਖੁਲਾਸਾ ਕੀਤਾ। ਸਾਡੇ ਮੇਰਾ ਖਿਆਲ ਚੈਨਲ ਸ਼ਾਨ ਪੰਜਾਬੀ ਦੇਖ ਰਹੇ ਦਰਸ਼ਕਾਂ ਨੂੰ ਵੀ ਹੈਰਾਨੀ ਭਰਿਆ ਚੀਜ਼ ਮਿਲੂਗੀ ਕਿ ਆਖਰ ਜੋ ਸਿਸਟਮ ਚੱਲ ਰਿਹਾ ਉਹਦੇ ਵਿੱਚ ਕੀ ਖੜੌਂਤ ਹੈ। ਇਹ ਖੜੌਂਤ ਭੁੱਟਾ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਤੇ ਸੰਵਿਧਾਨਿਕ ਧਾਰਾਵਾਂ ਨੂੰ ਵੀ ਸਾਹਮਣੇ ਰੱਖਿਆ। ਆਖਰ ਇਹ ਕਿਉਂ ਹੋ ਰਿਹਾ, ਇਸ ਨੂੰ ਸਮਝਣ ਦੀ ਲੋੜ ਹੈ। ਇਹਦੇ ਵਿੱਚ ਕਿਤੇ ਨਾ ਕਿਤੇ ਅਵੇਅਰਨੈਸ ਅਤੇ ਲੋਕਾਂ ਨੂੰ ਹੋਰ ਜਾਗਰੂਕ ਹੋਣ ਦੀ ਲੋੜ ਹੈ। ਸਮਝਣਾ ਪੈਣਾ ਕਿ ਇਹ ਜਿਹੜੀ ਪ੍ਰਣਾਲੀ ਹੈ, ਇਹ ਪ੍ਰਣਾਲੀ ਇੱਦਾਂ ਹੈ ਤੇ ਇਹਦੇ ਵਿੱਚ ਜਿਹੜੇ ਪੋਲੀਟੀਕਲ ਦਾਅਵੇ ਨੇ ਉਹ ਇੱਕ ਭਰਮ ਜਾਲ ਨੇ, ਜਿਹਤੋਂ ਬਚਣ ਦੀ ਵੀ ਲੋੜ ਹੈ। ਪਰ ਨਾਲ ਨਾਲ ਇਹ ਵੀ ਹੈ ਕਿ ਜਿਹੜੀ ਪਾਵਰਸ ਨੇ, ਡੈਮੋਕ੍ਰੇਸੀ ਦੀ ਹਮੇਸ਼ਾ ਜਿੱਤ ਹੁੰਦੀ ਹੈ, ਜਿੱਤ ਹੁੰਦੀ ਰਹੇਗੀ। ਇਹੀ ਸਾਡਾ ਸੁਪਨਾ ਹੈ। ਤੇ ਤੁਸੀਂ ਦੇਖਦੇ ਰਹੋ ਚੈਨਲ ਸ਼ਾਨ ਪੰਜਾਬੀ, ਮਾਨ ਪੰਜਾਬ ਦਾ। ਧੰਨਵਾਦ।